सुपन मनोरथ सत पदार्थ जानिया सुकृत मन सा गुर उपदेसी जागत ही मन मानिया जागत ही सब गोविंद है सब गोविंद है गोविंद बिन नाही कोई सब गोविंद है सब गोविंद बिन नहीं सब गोविंद है सब गोविंद है सब गोविंद है गोविंद हरि कुदरत के सब बंदे एक नूर ते सब जग उपजा कौन भले याही का धरा हम जन्मन समझ ले हो साधु सब मनमन धर्म चलावन संत उभारन दुष्ट सबन को मूलो पारन याही काज धरा हम जन्मन। वाहिगुरु जी का खालसा वाहिगुरु जी की फतेह। कलगीधर पातशाह जी की साजी नवाजी प्यारी साध संगत जी पटना साहिब विखे आप जी का निੱਘਾ स्वागत है। जी आया अज असी आप जी ਨੂੰ कैसे महान युग पुरुष की कथा सुनाते हाँ जिन्हां दे अवतार धारण नाल त्रिलोकी विच धर्म की जय जयकार हुई। पूरे भारत वर्ष का इतिहास गौरवशाली होया। बिहार की धरती उत्ते पटना शहर नूं भाग लग गए जदों साहिब श्री गुरु गोबिंद सिंह जी महाराज का जन्म संमत 1723 पोस की 7वीं यानी 22 दिसंबर 1666 में होया। कथा इस प्रकार है कि जदों 9वें गुरु तेग बहादुर जी अपनी माता नानकी जी धर्म पत्नी श्री गुजरी जी अते अपने साला साहिब भाई श्री कृपाल चंद जी के नाल पटना शहर पधारे जिथे श्री गुरु नानक देव जी ने किसी वेले सालसराय जौहरी नूं अपने दर्शन दे के निहाल किया सी। ते इसे जगह नूं अपनी किरपा नाल सिख धर्म का पहला ते वड्डा प्रचार केंद्र भी स्थापित किया सी जिसका प्रमुख प्रचारक सालसराय जौहरी नूं बनाया गया। श्री गुरु नानक देव जी सालसराय की हवेली में 4 महीने रहे जिस कारण बिहार में अज भी सैकड़े नानकपंथी मठ हैं। जदों गुरु जी इत्थों जान लगे तो सालसराय ने बेनती की कि गुरु जी
ਹੁਣ ਆਪ ਜੀ ਦੇ ਦਰਸ਼ਨ ਕਦੋਂ ਹੋਣਗੇ? ਤਾਂ ਗੁਰੂ ਜੀ ਨੇ ਉਹਨਾਂ ਨੂੰ ਵਚਨ ਦਿੱਤਾ ਕਿ ਜਦੋਂ ਅਸੀਂ ਆਪਣਾ 10ਵਾਂ ਸਵਰੂਪ ਧਾਰਨ ਕਰਾਂਗੇ। ਇਸੇ ਹਵੇਲੀ ਵਿੱਚ ਕੁਝ ਸਾਲ ਵੀ ਗੁਜ਼ਾਰਾਂਗੇ। ਇਸੇ ਤਰ੍ਹਾਂ ਪਟਨਾ ਸਾਹਿਬ ਦੀ ਮੁਬਾਰਕ ਧਰਤੀ ਤੇ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। तह प्रकाश हमारा भइयो पटना शहर दिखे भवलइयो। तह प्रकाश हमारा भइयो पटना शहर दिखे भवलइयो। इस महान युग पुरुष का नाम गोबिंद राय रखा गया। जिस वक्त गुरु जी ने अवतार धारिया, ठीक उस समय सैकड़ों मील दूर ਪੰਜਾਬ ਦੇ ਇੱਕ ਪਿੰਡ ਘੜਾਉਂ ਵਿਖੇ ਜੋ ਪਟਿਆਲਾ ਜ਼ਿਲ੍ਹੇ ਵਿੱਚ ਆਉਂਦਾ ਹੈ, ਉੱਥੋਂ ਦੇ ਇੱਕ ਮਹਾਨ ਸੂਫੀ ਸੰਤ ਬਾਬਾ ਭੀਖਣ ਸ਼ਾਹ, ਜਿਨ੍ਹਾਂ ਨੂੰ ਪੀਰ ਭੀਖਮ ਸ਼ਾਹ ਜੀ ਕਰਕੇ ਵੀ ਪੁਕਾਰਦੇ ਹਨ, ਉਹਨਾਂ ਨੂੰ ਪੂਰਬ ਦਿਸ਼ਾ ਵਿੱਚ ਇੱਕ ਅਲੌਕਿਕ ਪ੍ਰਕਾਸ਼ ਦਾ ਅਨੁਭਵ ਹੋਇਆ ਤੇ ਪਤਾ ਲੱਗ ਗਿਆ ਕਿ ਰੱਬ ਖੁਦ ਸੰਸਾਰ ਵਿੱਚ ਮਨੁੱਖੀ ਜਾਮਾ ਲੈ ਕੇ ਪ੍ਰਗਟ ਹੋਇਆ ਹੈ। ਉਹਨਾਂ ਨੇ ਪੱਛਮ ਵੱਲ ਕਾਬੇ ਨੂੰ ਸਜਦਾ ਨਾ ਕਰਕੇ ਪੂਰਬ ਦਿਸ਼ਾ ਵੱਲ ਮੁਖ ਕਰਕੇ ਨਮਾਜ਼ ਪੜ੍ਹੀ ਤੇ ਦੁਆ ਸਲਾਮ ਕੀਤੀ। ਪੀਰ ਭੀਖਮ ਸ਼ਾਹ ਆਪਣੇ ਖਾਸ 2 ਮੁਰੀਦਾਂ ਨੂੰ ਨਾਲ ਲੈ ਕੇ ਪਟਨਾ ਵੱਲ ਨੂੰ ਚੱਲ ਪਏ। ਪਟਨਾ ਪਹੁੰਚ ਕੇ ਉਹਨਾਂ ਬਾਲ ਸਰੂਪ ਗੋਬਿੰਦ ਰਾਜ ਜੀ ਦੇ ਦਰਸ਼ਨ ਲਈ ਭਾਈ ਕਿਰਪਾਲ ਚੰਦ ਜੀ ਨੂੰ ਬੇਨਤੀ ਕੀਤੀ, ਪਰ ਤੀਸਰੇ ਦਿਨ ਜਾ ਕੇ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਹਨਾਂ ਨੇ 2 ਮਿੱਟੀ ਦੇ ਕੁੱਜੇ, ਇੱਕ ਹਿੰਦੂ ਦੀ ਦੁਕਾਨ ਤੋਂ ਤੇ ਦੂਜਾ ਮੁਸਲਮਾਨ ਦੀ ਦੁਕਾਨ ਤੋਂ ਖਰੀਦਿਆ। ਦੋਨਾਂ ਵਿੱਚ ਮਠਿਆਈ ਸੀ। ਗੁਰੂ ਜੀ ਅੱਗੇ ਇਹ ਸੋਚ ਕੇ ਪੇਸ਼ ਕੀਤੇ ਕਿ ਜੇ ਹਿੰਦੂ ਵਾਲੇ ਕੁੱਜੇ ਨੂੰ ਹੱਥ ਲਾਇਆ ਤਾਂ ਸਾਰੇ ਪਾਸੇ ਹਿੰਦੂ ਧਰਮ ਹੋਏਗਾ, ਜੇ ਮੁਸਲਮਾਨ ਵਾਲੇ ਕੁੱਜੇ ਨੂੰ ਹੱਥ ਲਾਇਆ ਤਾਂ ਮੁਸਲਮਾਨਾਂ ਦਾ ਧਰਮ ਜ਼ੋਰ ਪਕੜੇਗਾ। ਪਰ ਗੁਰੂ ਸਾਹਿਬ ਨੇ ਆਪਣੀ ਕਿਰਪਾ ਦ੍ਰਿਸ਼ਟੀ ਬਖਸ਼ਦੇ ਹੋਏ ਸਾਂਝੀ ਵਾਲਤਾ ਦੇ ਦੋਨੋਂ ਹੱਥ ਦੋਨੋਂ ਕੁੱਜਿਆਂ ਤੇ ਰੱਖ ਦਿੱਤੇ। ਮਾਨਸ ਕੀ ਜਾਤ ਸਭੈ ਏਕ ਹੀ ਪਹਿਚਾਨ। ਗੁਰੂ ਜੀ ਦੀ ਕਰਾਮਾਤੀ ਲੀਲਾ ਨੂੰ ਵੇਖ ਕੇ ਪੀਰ ਭੀਖਮ ਸ਼ਾਹ ਜੀ ਅਤੀ ਪ੍ਰਸੰਨ ਹੋਏ। ਬਾਲ ਗੁਰੂ ਜੀ ਨੂੰ ਨਮਸਕਾਰ ਕਰਕੇ ਭੀਖਮ ਸ਼ਾਹ ਜੀ ਖੁਸ਼ੀ-ਖੁਸ਼ੀ ਵਾਪਸ ਲੌਟ ਆਏ। ਲਗਭਗ 7 ਸਾਲ ਤੱਕ ਬਾਲ ਗੋਬਿੰਦ ਰਾਏ ਜੀ ਪਟਨਾ ਸ਼ਹਿਰ ਵਿੱਚ ਰਹੇ, ਜਿੱਥੇ ਗੁਰੂ ਸਾਹਿਬ ਦੀਆਂ ਯਾਦਾਂ ਯਾਦ ਕਰ ਕਰਕੇ ਪਟਨਾ ਵਾਸੀ ਆਨੰਦਿਤ ਹੁੰਦੇ ਹਨ। ਉੱਥੇ ਪੂਰੇ ਦਾ ਪੂਰਾ ਭਾਰਤ ਵਰਸ਼ ਵੀ ਉਹਨਾਂ ਦੀਆਂ ਬਾਲ ਲੀਲਾਵਾਂ ਨੂੰ ਯਾਦ ਕਰਕੇ ਗਦਗਦ ਹੋ ਉੱਠਦਾ ਹੈ। ਗੰਗਾ ਦੇ ਕਿਨਾਰੇ ਜਿੱਥੇ ਗੋਬਿੰਦ ਘਾਟ ਹੈ, ਉੱਥੇ ਪੰਡਿਤ ਸ਼ਿਵਦੱਤ ਨੂੰ ਉਹਨਾਂ ਦੀ ਭਾਵਨਾ ਅਨੁਸਾਰ ਸਾਖਸ਼ਾਤ ਭਗਵਾਨ ਸ਼੍ਰੀ ਰਾਮ ਜੀ ਦੇ ਰੂਪ ਵਿੱਚ ਦਰਸ਼ਨ ਦੇ ਕੇ ਨਿਹਾਲ ਕੀਤਾ। ਪੰਡਿਤ ਸ਼ਿਵਦੱਤ ਨੇ ਰਾਜਾ ਫਤਿਹ ਚੰਦ ਮੈਣੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਪਟਨਾ ਸ਼ਹਿਰ ਵਿੱਚ ਸਾਖਸ਼ਾਤ ਭਗਵਾਨ ਸ਼੍ਰੀ ਰਾਮ ਅਵਤਰਤ ਹੋਏ ਨੇ। ਫਤਿਹ ਚੰਦ ਜੀ ਦੇ ਕੋਈ ਸੰਤਾਨ ਨਹੀਂ ਸੀ ਤੇ ਉਹਨਾਂ ਦੀ ਰਾਣੀ ਵਿਸ਼ੰਭਰਾ ਦੇਵੀ ਨੇ ਪ੍ਰਾਰਥਨਾ ਕੀਤੀ ਕਿ ਸਾਨੂੰ ਆਪ ਜੀ ਵਰਗਾ ਪੁੱਤਰ ਮਿਲੇ। ਗੁਰੂ ਜੀ ਰਾਣੀ ਦੀ ਗੋਦ ਵਿੱਚ ਬੈਠਦੇ ਹੋਏ ਬੋਲੇ, ਮੇਰੇ ਵਰਗਾ ਤੇ ਮੈਂ ਹੀ ਹਾਂ, ਮੈਨੂੰ ਹੀ ਆਪਣਾ ਪੁੱਤਰ ਮੰਨੋ। ਇਸ ਤੋਂ ਬਾਅਦ ਰਾਜਾ ਫਤਿਹ ਚੰਦ ਮੈਣੀ ਨੇ ਆਪਣੇ ਰਾਜ ਮਹਿਲ ਨੂੰ ਗੋਬਿੰਦ ਰਾਏ ਦੇ ਨਾਮ ਕਰਕੇ ਗੁਰਦੁਆਰਾ ਬਣਾ ਦਿੱਤਾ, ਜੋ ਮੈਣੀ ਸੰਗਤ ਗੁਰਦੁਆਰਾ ਦੇ ਨਾਮ ਨਾਲ ਮਸ਼ਹੂਰ ਹੈ। सब गोबिंद है, सब गोबिंद है, गोबिंद बिन नाही कोई। सब गोबिंद है, सब गोबिंद है, गोबिंद बिन नाही कोई। सूत एक मन सत्य सहस जैसे, ओत पोत तब सोई, ओत पोत प्रभ सोई। नौवें गुरु तेग बहादुर जी अपनी असम बंगाल यात्रा पूरी करके पटना शहर वापस आए, जिथे नवाब रहीम बख्श करीम बख्श का सुखा हुआ बाग सी। गुरु जी के चरण उस बाग में पैंदियां ही बाग हरा भरा हो गया। उन्होंने बाग सारा गुरु जी को भेंट कर दिता, जिसका नाम हुण गुरुद्वारा गुरु का बाग है।
ਇੱਥੇ ਹੀ ਸਰੀਰਕ ਰੂਪ ਵਿੱਚ ਪਹਿਲੀ ਵਾਰ ਪਿਤਾ ਤੇ ਪੁੱਤਰ ਦਾ ਮੇਲ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਕਰੀਬ 1 ਸਾਲ ਇੱਥੇ ਰਹਿ ਕੇ ਅਨੰਦਪੁਰ ਚਲੇ ਗਏ ਅਤੇ ਉੱਥੋਂ ਸਾਰੇ ਪਰਿਵਾਰ ਨੂੰ ਪੰਜਾਬ ਆਉਣ ਦਾ ਸੰਦੇਸ਼ ਭਿਜਵਾਇਆ। ਵਿਦਾਈ ਦੀ ਖਬਰ ਸੁਣਦਿਆਂ ਹੀ ਪਟਨਾ ਸ਼ਹਿਰ ਨਿਵਾਸੀ ਬਾਲ ਗੁਰੂ ਜੀ ਦੀ ਸ਼ਸਤਰ ਵਿੱਦਿਆ, ਘੁੜਸਵਾਰੀ, ਤੀਰਅੰਦਾਜ਼ੀ ਤੇ ਗੱਤਕਾ ਖੇਡਣ ਦੇ ਕਰਤੱਵ ਯਾਦ ਕਰਦੇ ਹੋਏ ਭਿੱਜੀਆਂ ਅੱਖਾਂ ਨਾਲ ਦਾਨਾਪੁਰ ਤੱਕ ਛੱਡਣ ਆਏ, ਜਿਸ ਦਾ ਪੂਰਾ ਇੰਤਜ਼ਾਮ ਜਗਤ ਸੇਠ ਨੇ ਕੀਤਾ ਸੀ। ਪਰ ਕਮਾਲ ਉਦੋਂ ਹੋਈ ਜਦੋਂ ਇੱਕ ਸ਼ਰਧਾਲੂ ਬਜ਼ੁਰਗ ਔਰਤ ਜਮਨਾ ਦੇਵੀ ਨੇ ਛੋਟੀ ਜਿਹੀ ਹਾਂਡੀ ਵਿੱਚ ਖਿਚੜੀ ਪਕਾ ਕੇ ਗੁਰੂ ਜੀ ਨੂੰ ਭੇਂਟ ਕੀਤੀ। ਗੁਰੂ ਜੀ ਨੇ ਉਸੇ ਹਾਂਡੀ ਵਿੱਚੋਂ ਸਾਰੀ ਸੰਗਤ ਨੂੰ ਖਿਚੜੀ ਵੰਡੀ, ਪਰ ਐਸਾ ਚਮਤਕਾਰ ਹੋਇਆ ਕਿ ਹਾਂਡੀ ਵਿੱਚੋਂ ਖਿਚੜੀ ਖਤਮ ਹੀ ਨਹੀਂ ਹੋਈ। ਇਸ ਕਰਕੇ ਇਸ ਪਵਿੱਤਰ ਜਗ੍ਹਾ ਦਾ ਨਾਮ ਗੁਰਦੁਆਰਾ ਹਾਂਡੀ ਸਾਹਿਬ ਪੈ ਗਿਆ। ਸਨੀ ਦਾ ਨੀ ਦਾ ਰੇ ਮ ਪ ਨੀ ਨੀ ਪ ਮ ਪ ਸਨੀ ਦਾ ਨੀ ਦਾ ਨੀ ਪ ਮ ਰੇ ਮ ਪ ਨੀ ਪ ਮ ਮ ਰੇ ਸਨੀ ਦਾ ਨੀ ਦਾ ਨੀ ਦਾ ਨੀ ਦਾ ਪ ਮ ਪ ਮ ਗ ਮ ਗ ਮ ਰੇ ਗ ਰੇ ਗ ਰੇ ਨੀ ਦਾ ਰੇ ਮ ਪ ਨੀ ਆ ਰੇ ਆ ਰੇ। ਬਾਲ ਗੁਰੂ ਗੋਬਿੰਦ ਰਾਏ ਜੀ ਦੇ ਆਨੰਦਪੁਰ ਪਹੁੰਚਣ ਦੇ ਬਾਅਦ ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰੀਆਂ। ਗੁਰੂ ਜੀ ਅਜੇ 9 ਸਾਲ ਦੇ ਹੀ ਸਨ। ਪੰਡਿਤ ਕਿਰਪਾ ਰਾਮ ਦੱਤ ਦੀ ਅਗਵਾਈ ਹੇਠ 500 ਬ੍ਰਾਹਮਣ ਆਨੰਦਪੁਰ ਸਾਹਿਬ ਪਹੁੰਚੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਹੇ ਧਰਮ ਰਖਸ਼ਕ, ਧਰਮ ਮੂਰਤੀ ਗੁਰੂ ਜੀਓ, ਤੁਸੀਂ ਹੀ ਸਾਡੇ ਤਿਲਕ ਤੇ ਜੰਜੂ ਦੇ ਰਾਖੇ ਹੋ। ਪੰਡਤਾਂ ਦੀ ਇਸ ਤਰ੍ਹਾਂ ਦੀ ਲੰਮੀ ਚੌੜੀ ਦੁੱਖ ਭਰੀ ਵਾਰਤਾ ਸੁਣ ਕੇ ਗੁਰੂ ਜੀ ਕੁਝ ਸੋਚਣ ਲੱਗ ਪਏ। ਇੰਨੇ ਚਿਰ ਨੂੰ ਖੇਡਦੇ ਖੇਡਦੇ ਬਾਲ ਗੁਰੂ ਗੋਬਿੰਦ ਰਾਏ ਜੀ ਆ ਗਏ ਤੇ ਆਪਣੇ ਪਿਤਾ ਤੋਂ ਇਸ ਚੁੱਪ ਦਾ ਕਾਰਨ ਪੁੱਛਿਆ। ਪਿਤਾ ਜੀ ਨੇ ਉੱਤਰ ਦਿੱਤਾ, ਬੇਟਾ, ਇਹ ਕਸ਼ਮੀਰੀ ਪੰਡਿਤ ਨੇ, ਇਹਨਾਂ ਦਾ ਧਰਮ ਬਚਾਉਣ ਲਈ ਕਿਸੇ ਵੱਡੇ ਮਹਾਪੁਰਸ਼ ਨੂੰ ਬਲੀਦਾਨ ਦੇਣਾ ਪਵੇਗਾ। ਬਾਲ ਗੁਰੂ ਗੋਬਿੰਦ ਜੀ ਬੋਲ ਪਏ ਕਿ ਤੁਸਾਂ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ। ਇਹ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਜੀ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਆਪਣੀ ਗ੍ਰਿਫਤਾਰੀ ਖੁਦ ਦੇ ਦਿੱਤੀ। ਗੁਰੂ ਜੀ ਨੂੰ ਦਿੱਲੀ ਲਿਆ ਕੇ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ। ਹਰ ਤਰ੍ਹਾਂ ਦੇ ਉਹਨਾਂ ਨੂੰ ਤਸੀਹੇ ਦਿੱਤੇ ਗਏ, ਪਰ ਗੁਰੂ ਜੀ ਨੇ ਧਰਮ ਪਰਿਵਰਤਨ ਨਹੀਂ ਮੰਨਿਆ। ਅਖੀਰ ਉਹਨਾਂ ਦਾ ਸੀਸ ਚਾਂਦਨੀ ਚੌਕ ਦਿੱਲੀ ਵਿੱਚ ਕੱਟ ਕੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਜੀ ਦੀ ਇਸ ਲਾਸਾਨੀ ਕੁਰਬਾਨੀ ਦੇ ਨਾਲ ਪੂਰਾ ਦੇਸ਼ ਕੰਬ ਉੱਠਿਆ। ਲਗਭਗ 200 ਸਾਲ ਦੇ ਸਿੱਖ ਧਰਮ ਨੂੰ ਵਿਕਾਸ ਅਤੇ ਉਚਾਈਆਂ ਤੇ ਲੈ ਜਾਣਾ, ਖਾਲਸਾ ਪੰਥ ਦੀ ਸਥਾਪਨਾ ਕਰਨਾ ਅਤੇ ਹਿੰਦੂ ਧਰਮ ਦੀ ਰੱਖਿਆ ਲਈ ਤਤਪਰ ਰਹਿਣ ਦੀ ਹੁਣ 9 ਸਾਲ ਦੇ 10ਵੇਂ ਗੁਰੂ ਗੋਬਿੰਦ ਰਾਏ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ। ਉਹਨਾਂ ਨੇ ਸ਼ਕਤੀ ਸੰਗਠਨ ਅਤੇ ਸਨਾਤਨ ਧਰਮ ਦੇ ਸਾਰੇ ਧਰਮ ਗ੍ਰੰਥਾਂ ਨੂੰ ਬ੍ਰਿਜ ਭਾਸ਼ਾ ਵਿੱਚ ਅਨੁਵਾਦ ਕਰਨ ਲਈ ਹਿਮਾਚਲ ਦੀਆਂ ਪਹਾੜੀਆਂ ਵਿੱਚ ਪੌਂਟਾ ਸਾਹਿਬ ਨਗਰ ਵਸਾਇਆ। ਲਗਭਗ 10 ਸਾਲਾਂ ਵਿੱਚ ਉਹਨਾਂ ਨੇ ਫਾਰਸੀ ਅਤੇ ਸੰਸਕ੍ਰਿਤ ਦੇ ਇਤਿਹਾਸਕ ਪੁਰਾਣਕ ਗ੍ਰੰਥਾਂ ਦਾ ਅਨੁਵਾਦ ਕੀਤਾ। 52 ਕਵੀਆਂ ਦੁਆਰਾ ਵੀਰ ਰਸ ਕਾਵਿ ਦੀ ਰਚਨਾ ਕਰਵਾਈ ਅਤੇ ਆਪ ਵੀ ਉਹਨਾਂ ਨੇ ਵੀਰ ਰਸ ਨਾਲ ਭਰੇ ਛੰਦਾਂ ਤੇ ਸਤੋਤਰਾਂ ਦੀ ਰਚਨਾ ਕੀਤੀ। ਉਹਨਾਂ ਨੇ ਹਿੰਦੂ ਸ਼ਾਸਤਰਾਂ ਦੀਆਂ ਕਈ ਰਚਨਾਵਾਂ ਨੂੰ ਆਪਣੀ ਭਾਸ਼ਾ ਵਿੱਚ ਰੂਪਾਂਤਰਿਤ ਕੀਤਾ, ਜਿਸ ਵਿੱਚ ਵੀਰ ਰਸ ਦੀ ਪ੍ਰਧਾਨਗੀ ਸੀ। ਗੁਰੂ ਜੀ ਦੁਆਰਾ ਰਚਿਤ ਸ਼੍ਰੀ ਦਸਮ ਗ੍ਰੰਥ ਜੀ ਵਿੱਚ
ਪੁਰਾਣਿਕ ਕਥਾਵਾਂ, ਧਰਮ ਦਰਸ਼ਨ, ਇਤਿਹਾਸ ਅਤੇ ਸਾਹਿਤ ਦਾ ਸੰਗ੍ਰਹਿ ਹੈ। ਛੰਦ ਅਲੰਕਾਰਾਂ ਨਾਲ ਸ਼ੋਭਤ ਉਹਨਾਂ ਦੀ ਭਾਸ਼ਾ ਵਿੱਚ ਵੀਰ ਰਸ ਪ੍ਰਧਾਨ ਸੀ। ਪੌਂਟਾ ਸਾਹਿਬ ਵਿੱਚ ਸ਼ਹੀਦਾਂ ਸਿੰਘ ਗੁਰੂ ਜੀ ਨੇ ਸਿੱਖਾਂ ਨੂੰ ਘੁੜਸਵਾਰੀ, ਤੀਰ ਅੰਦਾਜ਼ੀ ਤੇ ਅਖੇਟ ਵਿਦਿਆ ਵਿੱਚ ਨਿਪੁੰਨ ਕੀਤਾ। ਬਚਿੱਤਰ ਨਾਟਕ ਵਿੱਚ ਲਿਖੀ ਉਹਨਾਂ ਦੀ ਆਤਮ ਕਥਾ ਤੇ ਔਰੰਗਜ਼ੇਬ ਨੂੰ ਲਿਖੇ ਵਿਜੇ ਪੱਤਰ ਜ਼ਫਰਨਾਮਾ ਤੋਂ ਇਹ ਸਾਫ਼ ਹੈ ਕਿ ਉਹ ਪਿਆਰ ਮੁਹੱਬਤ ਨੂੰ ਕਿਰਨਾ ਤੇ ਬਦਲੇ ਦੀ ਭਾਵਨਾ ਤੋਂ ਉੱਪਰ ਮੰਨਦੇ ਸਨ। ਲੇਕਿਨ ਜੇ ਕੋਈ ਜਾਣਬੁੱਝ ਕੇ ਸਾਹਮਣੇ ਵਾਲੇ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਤਾਂ ਸਵੈ ਰੱਖਿਆ ਦੀ ਖਾਤਰ ਉਸ ਦਾ ਮੁਕਾਬਲਾ ਕਰਨਾ ਹਰ ਹਾਲ ਵਿੱਚ ਤੇ ਹਰ ਤਰੀਕੇ ਨਾਲ ਉਚਿਤ ਹੈ। ਜੋ ਕਾਰਜ਼ ਹਮਾਹੀਲ ਤੇ ਦਰਗੁਜ਼ਸ਼ਤ ਢਲਾ ਰਸਤ ਬੁਰਦਨ व ਸ਼ਮਸ਼ੀਰ ਦਸਤ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਾਅਦ ਗੁਰੂ ਗੋਬਿੰਦ ਰਾਏ ਜੀ ਮਹਾਰਾਜ ਨੇ ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫਤਿਹਗੜ੍ਹ ਵਰਗੇ 5 ਕਿਲੇ ਬਣਾ ਕੇ ਆਨੰਦਪੁਰ ਨੂੰ ਮਜ਼ਬੂਤ ਕੀਤਾ। ਲਗਭਗ 22 ਸਾਲ ਦੀ ਉਮਰ ਤੱਕ ਉਹਨਾਂ ਦਾ ਆਨੰਦਪੁਰ ਪ੍ਰਵਾਸ ਸੰਸਕ੍ਰਿਤਿਕ ਅਤੇ ਬੌਧਿਕ ਕਿਰਿਆਵਾਂ ਦਾ ਕੇਂਦਰ ਰਿਹਾ। ਗੁਰੂ ਜੀ ਦਾ ਸ਼ਾਮ ਨੂੰ ਜਦੋਂ ਦਰਬਾਰ ਸਜਦਾ ਤਾਂ ਕਵੀ ਵੀਰ ਰਸ ਦਾ ਕਾਵ ਪਾਠ ਕਰਕੇ ਗੁਰੂ ਜੀ ਨੂੰ ਸੁਣਾਉਂਦੇ। ਗੁਰੂ ਜੀ ਪ੍ਰਸੰਨ ਹੋ ਕੇ ਬੇਅੰਤ ਮਾਇਆ ਭੇਂਟ ਕਰਦੇ। शुभ कर्मन ते कबहू न डरूं, हे शिवा पर मोहि है। शुभ कर्मन ते कबहू न डरूं अर सो जब जाए लड़ूं, निश्चय कर अपनी जीत करूं। हर सिख हूँ अपने ही मन को, हर सिख हूँ अपने ही मन को, लालित हो गुण तो उतरूं। सब याद की याद निदान बने, हथ हिरण में सब जूझ मरूं। सब याद की याद निदान बने, हथ हिरण में सब जूझ मरूं। हे शिवा पर मोहि है, हे शिवा पर मोहि है। बोले सोनिहा सत्य का। ਹਿੰਦੂਆਂ ਦੇ ਜਗਤ ਗੁਰੂ ਅਤੇ ਮੁਸਲਮਾਨਾਂ ਦੇ ਜ਼ਾਰਾ ਪੀਰ ਕਹੇ ਜਾਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਮੂਲ ਮੰਤਰ ਮਾਨਵਤਾ, ਸ਼ਾਂਤੀ ਅਤੇ ਸੱਚ ਦੇ ਮਾਰਗ ਨੂੰ ਬਚਾਉਣਾ ਸੀ। ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਦੇ ਵਿਕਾਸ ਅਤੇ ਗਿਆਨ ਨੂੰ ਅੱਗੇ ਵਧਾਉਣਾ ਸੀ। ਤੀਸਰੇ ਗੁਰੂ ਗੁਰੂ ਅਮਰਦਾਸ ਜੀ ਦੀ ਪੰਗਤ ਪ੍ਰਥਾ, ਪਹਿਲੇ ਪੰਗਤ ਪਿੱਛੇ ਸੰਗਤ ਦੁਆਰਾ ਜਾਤਵਾਦ ਨੂੰ ਤੋੜਨ ਲਈ ਸ਼ੁਰੂ ਕੀਤੀ ਲੰਗਰ ਪ੍ਰਥਾ ਨੂੰ ਕਾਇਮ ਰੱਖਣਾ ਸੀ। ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਸਥਾਪਿਤ ਅੰਮ੍ਰਿਤਸਰ ਯਾਨੀ ਚੱਕ ਰਾਮਦਾਸ ਨੂੰ ਬਚਾਉਣਾ ਸੀ। ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਵੱਲੋਂ ਸੰਕਲਪ ਆਦਿ ਗ੍ਰੰਥ ਸਾਹਿਬ ਨੂੰ ਪੋਥੀ ਪਰਮੇਸ਼ਵਰ ਦਾ ਥਾਨ ਅਨੁਸਾਰ ਪਰਮੇਸ਼ਵਰ ਦੇ ਸਥਾਨ ਤੇ ਸੁਸ਼ੋਭਿਤ ਕਰਨਾ ਸੀ ਤੇ ਉਹਨਾਂ ਵੱਲੋਂ ਵਸਾਏ ਸ਼ਹਿਰ ਕਰਤਾਰਪੁਰ ਅਤੇ ਤਰਨਤਾਰਨ ਨੂੰ ਬਚਾਉਣਾ ਸੀ ਤੇ ਉਹਨਾਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦੇਣਾ ਸੀ। ਚੱਲੀ ਪੀੜੀ ਸੋਢੀਆਂ ਰੰਗ ਦਿਖਾਵਣ ਵਾਰੋ ਵਾਰੀ। ਛੇਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਮੀਰੀ ਪੀਰੀ ਦੀ ਮਰਿਆਦਾ ਨੂੰ ਸਿੱਖੀ ਸਿਦਕ ਭਰੋਸੇ ਤੇਰੇ ਨਾਲ ਨਿਭਾਉਣਾ ਸੀ। ਸੱਤਵੇਂ ਗੁਰੂ ਸ਼੍ਰੀ ਗੁਰੂ ਹਰਿਰਾਏ ਜੀ ਦੇ ਪ੍ਰੇਮ ਤੇ ਪ੍ਰਾਰਥਨਾ ਦੇ ਮਾਰਗ ਨੂੰ ਰੋਸ਼ਨੀ ਦੇ ਕੇ ਰੱਖਣੀ ਸੀ। ਅੱਠਵੇਂ ਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੁਆਰਾ ਛੋਟੀ ਉਮਰੇ ਲਏ ਉਸ ਦੂਰਗਾਮੀ ਨਿਰਣੇ ਨੂੰ ਸਾਰਥਕ ਕਰਨਾ ਸੀ, ਜਿਸ ਵਿੱਚ ਉਹਨਾਂ ਨੇ ਬਾਬਾ ਬਸੇ ਜਗਰਾਮ ਬਕਾਲੇ ਬਣ ਗੁਰੂ ਸੰਗਤ ਸਗਲ ਸੰਭਾਲੇ ਕਹਿੰਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦਾ ਕਾਰਜਕਾਰ
ਰਿਸ਼ਤੇ ਵਿੱਚ ਉਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੌਂਪ ਦਿੱਤਾ ਸੀ ਤੇ ਉਹਨਾਂ ਦੇ ਦੁਆਰਾ ਹੀ ਧਰਮ ਪਰਿਵਰਤਨ ਦੇ ਵਿਰੋਧ ਵਿੱਚ ਦਿੱਤੇ ਉਸ ਮਹਾਨ ਬਲੀਦਾਨ ਨੂੰ ਵਿਅਰਥ ਨਹੀਂ ਜਾਣ ਦੇਣਾ ਸੀ ਜੋ ਸੱਚ ਉੱਪਰ ਅਡਿੱਗ ਰਹਿਣ ਵਾਲੇ ਸਿੱਖ ਧਰਮ ਦਾ ਮੂਲ ਮੰਤਰ ਸੀ। ਗੁਰੂ ਜੀ ਨੇ ਇੱਕ ਅਨੋਖੀ ਅਤੇ ਅਲੌਕਿਕ ਘਟਨਾ ਨੂੰ ਅੰਜਾਮ ਦਿੱਤਾ। ਮੁਗਲਾਂ ਨੂੰ ਸ਼ਿਕਸਤ ਦਿੰਦੇ ਹੋਏ 1699 ਈਸਵੀ ਵਿੱਚ ਆਨੰਦਪੁਰ ਦੇ ਕੇਸਗੜ੍ਹ ਵਿੱਚ ਵਿਸਾਖੀ ਦੇ ਦਿਨ ਉਹਨਾਂ ਨੇ ਆਪਣੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ। ਨੰਗੀ ਤਲਵਾਰ ਲੈ ਕੇ ਗੁਰੂ ਜੀ ਨੇ ਸੀਸ ਅਰਪਣ ਕਰਨ ਲਈ ਸਭ ਸ਼ਰਧਾਲੂਆਂ ਨੂੰ ਲਲਕਾਰਿਆ। ਸੁੰਨ ਹੋਈ ਸਭਾ ਵਿੱਚੋਂ ਲਾਹੌਰ ਦੇ ਖੱਤਰੀ ਸਮਾਜ ਦੇ ਦਇਆਰਾਮ ਅੱਗੇ ਆਏ। ਉਹਨਾਂ ਨੂੰ ਪਿੱਛੇ ਤੰਬੂ ਵਿੱਚ ਲੈ ਗਏ। ਖੂਨ ਨਾਲ ਲੱਥਪੱਥ ਤਲਵਾਰ ਲੈ ਕੇ ਦੁਬਾਰਾ ਸਭਾ ਦੇ ਸਾਹਮਣੇ ਆਏ ਤੇ ਦੁਬਾਰਾ ਇੱਕ ਹੋਰ ਸੀਸ ਦੀ ਮੰਗ ਕੀਤੀ। ਫਿਰ ਹਸਤਨਾਪੁਰ ਦੇ ਜਾਟ ਸਮਾਜ ਦੇ ਧਰਮਦਾਸ ਅੱਗੇ ਆਏ। ਦਇਆਰਾਮ ਦੀ ਤਰ੍ਹਾਂ ਵੀ ਤੰਬੂ ਦੇ ਪਿੱਛੇ ਲਿਜਾਏ ਗਏ। ਇਸੇ ਤਰ੍ਹਾਂ ਇੱਕ ਇੱਕ ਕਰਕੇ 3 ਹੋਰ ਸ਼ਰਧਾਲੂ ਦਵਾਰਕਾ ਦੇ ਧੋਬੀ ਸਮਾਜ ਦੇ ਮੋਹਕਮ ਚੰਦ, ਜਗਨਨਾਥਪੁਰੀ ਦੇ ਮਸ਼ਕ ਸਮਾਜ ਦੇ ਹਿੰਮਤ ਰਾਏ ਅਤੇ ਬਿਦਰ ਦੇ ਨਾਈ ਸਮਾਜ ਦੇ ਸਾਹਿਬ ਚੰਦ ਅੱਗੇ ਆਏ। ਗੁਰੂ ਜੀ ਨੇ ਮੰਚ ਉੱਪਰ ਪੰਜਾਂ ਦੇ ਸਿਰ ਤੇ ਧੜ ਜੋੜ ਕੇ ਪੰਜਾਂ ਬਾਣੀਆਂ ਦਾ ਪਾਠ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਤੇ ਉਹਨਾਂ ਉੱਪਰ ਛਿੜਕਿਆ। ਪੰਜਾਂ ਨੂੰ ਸੁਰਜੀਤ ਕਰ ਦਿੱਤਾ ਤੇ ਅੰਮ੍ਰਿਤ ਦਾ ਸੇਵਨ ਕਰਾ ਕੇ 5 ਪਿਆਰੇ ਪਦ ਨਾਲ ਸਨਮਾਨਿਤ ਕੀਤਾ। ਕੇਸਰੀ ਪੁਸ਼ਾਕਾਂ ਅਤੇ ਨੀਲੀਆਂ ਪਗੜੀਆਂ ਨਾਲ ਸੁਸ਼ੋਭਿਤ ਕਰ ਇਹਨਾਂ 5 ਪਿਆਰਿਆਂ ਨੂੰ ਚਮਚਮਾਉਂਦੀਆਂ ਤਲਵਾਰਾਂ ਦਿੱਤੀਆਂ ਗਈਆਂ। ਉਹਨਾਂ ਨੂੰ ਸਿੰਘ ਯਾਨੀ ਸ਼ੇਰ ਦੀ ਉਪਾਧੀ ਦਿੱਤੀ ਗਈ। ਗੁਰੂ ਜੀ ਨੇ ਆਪ ਵੀ ਉਹਨਾਂ ਤੋਂ ਅੰਮ੍ਰਿਤ ਛਕਿਆ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਇਸ ਤਰ੍ਹਾਂ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਕਿਹਾ, ਪਿਓ ਪਹੌਲ ਖੰਡੇ ਧਾਰ ਹੋਈ ਜਨ ਸਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ। संगत कीनी खालसा मन मुखी दुहेला, ओ संगत कीनी खालसा मन मुखी दुहेला। वाह वाह गोबिंद सिंह आपे गुर चेला, वाह वाह गोबिंद सिंह आपे गुर चेला। पीव बहुल खंड तार होए जन्म सुहेला, पीव बहुल खंड तार होए जन्म सुहेला। वाह वाह गोबिंद सिंह आपे गुर चेला, वाह वाह गोबिंद सिंह आपे गुर चेला। खालसा मेरो रूप है खास, खालसा में हो करो निवास। ਪੰਜ ਕਕਾਰ ਗੰਗਾ, ਕੇਸ, ਕੜਾ, ਕਿਰਪਾਨ ਅਤੇ ਕਛਹਿਰੇ ਦੀ ਮਰਿਆਦਾ ਸਥਾਪਿਤ ਕੀਤੀ। ਇਸ ਨਾਲ ਗੁਰੂ ਜੀ ਨੇ ਆਪਣੇ ਖਾਲਸੇ ਦੀ ਪ੍ਰਤਿਗਿਆ 1.25 लाख से एक लड़ाऊं तबे गोबिंद सिंह नाम कहाऊं ਪੂਰੀ ਕੀਤੀ। ਵੀਰਤਾ, ਬਲੀਦਾਨ ਅਤੇ ਪਰਾਕਰਮ ਦਾ ਅਜਿਹਾ ਸੁਮੇਲ ਵਿਸ਼ਵ ਇਤਿਹਾਸ ਵਿੱਚ ਉਦਾਹਰਣ ਬਣ ਗਿਆ ਤੇ ਸੱਚਮੁੱਚ ਉਹਨਾਂ ਦਾ ਇਹ ਮੰਤਰ ਸੰਜੀਵਨੀ ਸ਼ਕਤੀ ਬਣ ਗਿਆ। ਉਹਨਾਂ ਨੇ ਆਦੇਸ਼ ਦਿੱਤਾ ਕਿ ਸਭੀ ਸਿੱਖ ਸਮਾਨ ਹਨ। ਉਹਨਾਂ ਦੀ ਇੱਕ ਹੀ ਜਾਤ ਹੈ, ਉਹ ਹੈ ਖਾਲਸਾ ਜਾਤ। ਅੰਦਰੂਨੀ ਦ੍ਰਿਸ਼ਟੀ ਨਾਲ ਉਹਨਾਂ ਇਸ ਤਰੀਕੇ ਨਾਲ ਸਿੰਘਾਂ ਨੂੰ ਦ੍ਰਿੜ ਕੀਤਾ ਕਿ ਹਰ ਇੱਕ ਸਿੰਘ ਜਿੱਤ ਪ੍ਰਾਪਤ ਕਰਨ ਲਈ ਪੈਦਾ ਹੋਇਆ ਹੈ ਤੇ ਉਹਨਾਂ ਉੱਪਰ ਸਤ ਕਰਤਾਰ ਸ਼੍ਰੀ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੈ। ਉਹਨਾਂ ਐਲਾਨ ਕੀਤਾ ਕਿ ਅੱਜ ਤੋਂ ਤੁਹਾਡੀ ਜਾਤ ਕਸ਼ਤਰੀ, ਧਰਮ ਖਾਲਸਾ ਪੰਥ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਦੇਵਾ ਜੀ
ਅਤੇ ਜਨਮ ਪਟਨਾ ਤੇ ਵਾਸੀ ਆਨੰਦਪੁਰ ਹੈ। ਇਸ ਤਰ੍ਹਾਂ ਖਾਲਸਾ ਸਜਾ ਕੇ ਉਹਨਾਂ ਸਭ ਨੂੰ ਨਵਾਂ ਜਨਮ ਦਿੱਤਾ। ਤੰਬਾਕੂ ਅਤੇ ਸ਼ਰਾਬ ਤੇ ਰੋਕ ਲਗਾਈ ਗਈ, ਔਰਤਾਂ ਦੇ ਸਨਮਾਨ ਦੀ ਸਹੁੰ ਖਵਾਈ ਗਈ। ਉਹਨਾਂ ਸ਼ਸਤਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਜਿਸ ਵਿੱਚ ਅਲੱਗ-ਅਲੱਗ ਜਾਤੀਆਂ ਦੇ ਲਈ ਅਲੱਗ-ਅਲੱਗ ਨਿਯਮ ਬਣੇ ਸਨ। ਖਾਲਸਾ ਪੰਥ ਵਿੱਚ ਸ਼ਾਸਤਰਾਂ ਅਤੇ ਸ਼ਸਤਰਾਂ ਉੱਪਰ ਸਭ ਦਾ ਸਮਾਨ ਅਧਿਕਾਰ ਲਾਗੂ ਕੀਤਾ ਅਤੇ ਊਚ ਨੀਚ ਜਾਤ ਦਾ ਭੇਦਭਾਵ ਮਿਟਾਉਣ ਦਾ ਹੁਕਮ ਦਿੱਤਾ। ਇਸ ਦੌਰ ਵਿੱਚ ਨਰ ਨਾਰੀ ਸਮੇਤ 80,000 ਲੋਕਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕੀਤਾ। ਜੀ ਹਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰਤਾਂ ਨੂੰ ਸਿਧਾਂਤਿਕ ਤੇ ਵਿਵਹਾਰਕ ਰੂਪ ਵਿੱਚ ਬਰਾਬਰੀ ਦਾ ਦਰਜਾ ਦਿੱਤਾ ਤੇ ਮਾਈ ਭਾਗੋ ਜੀ ਪਹਿਲੀ ਇਸਤਰੀ ਸੈਨਾਪਤੀ ਬਣੀ। ਪੂਰੇ ਪੰਜਾਬ ਵਿੱਚ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਦੀ ਹੋੜ ਲੱਗ ਗਈ। ਅੱਜ ਤੱਕ ਜੋ ਲੋਕ ਆਪਣੀ ਜਾਤ ਦੇ ਛੋਟੇ ਦਾਇਰੇ ਵਿੱਚ ਬੰਨੇ ਹੋਏ ਸਨ, ਉਹ ਬਦਲ ਗਏ। ਖਾਲਸਾ ਪੰਥ ਵਿੱਚ ਸ਼ਾਮਲ ਹੋਣ ਦੇ ਨਾਲ ਹੀ ਉਹਨਾਂ ਦੇ ਵਿਚਾਰ ਅਤੇ ਵਿਵਹਾਰ ਵਿੱਚ ਗੁਣਾਤਮਕ ਪਰਿਵਰਤਨ ਆ ਗਿਆ। ਉਹਨਾਂ ਦੀਆਂ ਨਸਾਂ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਹੋ ਗਿਆ। ਇਸ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੰਤ ਸਿਪਾਹੀ ਦੀ ਫੌਜ ਖੜੀ ਕਰ ਲਈ ਜਿਸ ਦਾ ਮਕਸਦ ਸੀ ਮਜਲੂਮਾਂ ਦੀ ਰੱਖਿਆ ਕਰਨਾ। ਇਸ ਤੋਂ ਬਾਅਦ ਖਾਲਸਾ ਪੰਥ ਨੇ ਬੜੀ ਬਹਾਦਰੀ ਨਾਲ ਔਰੰਗਜ਼ੇਬ ਤੇ ਹੋਰ ਕਈ ਦੇਸੀ ਰਾਜਿਆਂ ਦੇ ਕ੍ਰੋਧ ਦਾ ਸਾਹਮਣਾ ਵੀ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ ਪੰਗਾਣੀ, ਨਾਂਦੌੜ ਤੇ ਗੁਰੇਰ ਦੀ ਲੜਾਈ ਤਾਂ ਪਹਿਲਾਂ ਹੀ ਜਿੱਤ ਲਈ ਸੀ, ਪਰ ਚਮਕੌਰ ਦੇ ਯੁੱਧ ਵਿੱਚ ਤਾਂ ਸਿਰਫ 40 ਸਿੱਖਾਂ ਨੇ 10 ਲੱਖ ਦੀ ਸ਼ਾਹੀ ਸੈਨਾ ਦਾ ਜੋ ਮੁਕਾਬਲਾ ਕੀਤਾ, ਉਸ ਤੋਂ ਇੱਕ ਅਕੇਲਾ ਸਿੰਘ 1.25 ਲੱਖ ਸੇ ਲੜਾਉਂ ਦਾ ਪ੍ਰਣ ਪੂਰਾ ਕੀਤਾ। ਚਮਕੌਰ ਦੀ ਲੜਾਈ ਵਿੱਚ ਉਹਨਾਂ ਨੇ ਆਪਣੇ 2 ਪੁੱਤਰਾਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਆਪ ਆਸ਼ੀਰਵਾਦ ਦੇ ਕੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਦਿੱਤੀ। ਉਹਨਾਂ 2 ਛੋਟੀ ਉਮਰ ਦੇ ਸਾਹਿਬਜ਼ਾਦਿਆਂ ਨੇ ਮੁਗਲ ਸੈਨਾ ਉੱਪਰ ਜੋ ਕਹਿਰ ਬਰਸਾਇਆ, ਉਹ ਅੱਜ ਵੀ ਬਹਾਦਰੀ ਦੀ ਸਰਵਉੱਚ ਮਿਸਾਲ ਹੈ। ਉਧਰ ਮਾਤਾ ਗੁਜਰੀ ਦੇ ਨਾਲ 2 ਨਿੱਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਦੀਵਾਰ ਵਿੱਚ ਜ਼ਿੰਦਾ ਚਿਣਵਾ ਦਿੱਤਾ ਗਿਆ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਆਪਣੇ ਚਾरों जिगर के टुकड़ियां ਨੂੰ कुर्बान करके जब गुरु साहब साबो की तलवंडी तख्त दमदमा साहब पहुंचे, तो मातावां ने 4 साहबजादियां बारे पूछा, तो गुरु जी ने उत्तर दिता, इन पुत्रन के कारणे वार दिए सुत 4 मुए तो क्या हुआ, जीवत कई हजार। साहेब जी की
अखवीरत दे थरू डोले, अखवीरत दे थरू डोले। जी कहा मेरी जीभ न बोले, अखवीरत दे थरू डोले। छिड़की सोच के कंबनी मेरे प्रीतम जो से नहीं होना, नहीं होना, नहीं होना, नहीं होना कोई मेरे दशमेश जिहा। नहीं होना, नहीं होना कोई मेरे दशमेश जिहा। मेरे दशमेश जिहा, मेरे दशमेश जिहा। नहीं होना, नहीं होना कोई मेरे दशमेश जिहा। नहीं होना, नहीं होना कोई मेरे दशमेश जिहा। ਲਗਭਗ 1 ਸਾਲ ਤੱਕ ਸਾਬੋ ਕੀ ਤਲਵੰਡੀ ਯਾਨੀ ਦਮਦਮਾ ਸਾਹਿਬ ਵਿੱਚ ਰਹਿ ਕੇ ਗੁਰੂ ਜੀ ਨੇ ਆਦਿ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਸਾਹਿਬ ਜੀ ਨੂੰ ਅੰਤਮ ਰੂਪ ਦਿੱਤਾ। ਗੁਰੂ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਮਾਧੋ ਦਾਸ ਨਾਮ ਦੇ ਬੈਰਾਗੀ ਬੰਦੇ ਨੂੰ, ਜਿਸ ਨੂੰ ਕੁਝ ਇਤਿਹਾਸਕਾਰ ਲਛਮਣ ਦਾਸ ਵੀ ਕਹਿੰਦੇ ਹਨ, ਉਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਵੱਲ ਰਵਾਨਾ ਕੀਤਾ। 5 ਤੀਰ ਤੇ 1 ਤਲਵਾਰ ਬੰਦੇ ਦੇ ਹੱਥ ਵਿੱਚ ਫੜਾ ਕੇ ਬੰਦੇ ਨੂੰ ਹੁਕਮ ਦਿੱਤਾ ਕਿ ਕਰਦਾ ਜਾ ਹੁਣ ਦੁਸ਼ਟਾਂ ਦੇ ਹਿਸਾਬ ਬਰਾਬਰ ਜੀ। ਬੈਰਾਗੀ ਤੋਂ ਬਣਿਆ ਤੂੰ ਬੰਦਾ ਸਿੰਘ ਬਹਾਦਰ ਜੀ। ਆਪਣੇ ਗੁਰੂ ਦੀ ਕਿਰਪਾ ਨਾਲ ਹਰ ਮੈਦਾਨ ਵਿੱਚ ਫਤਿਹ ਕਰਦਾ ਹੋਇਆ ਜਦ ਬੰਦਾ ਸਿੰਘ ਬਹਾਦਰ ਪੰਜਾਬ ਪਹੁੰਚਿਆ ਤਾਂ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕੀਤਾ। ਆਪਣੇ ਜੀਵਨ ਦੇ ਅੰਤਮ ਪੜਾਅ ਵਿੱਚ ਉਹਨਾਂ ਸਿੱਖ ਧਰਮ ਵਿੱਚੋਂ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਉਹਨਾਂ ਨੂੰ ਗੁਰੂਤਾ ਗੱਦੀ ਪ੍ਰਦਾਨ ਕੀਤੀ ਅਤੇ ਖਾਲਸਾ ਪੰਥ ਨੂੰ ਹੁਕਮ ਦਿੱਤਾ, ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। गुरु मानयो ग्रंथ, गुरु मानयो ग्रंथ, गुरु मानयो ग्रंथ, गुरु मानयो ग्रंथ। आज्ञा पई अकाल की तबे चलायो पंथ, सब सिखन को हुक्म है गुरु मानयो ग्रंथ, सब सिखन को हुक्म है गुरु मानयो ग्रंथ। गुरु ग्रंथ जी मान्यो प्रगट गुरा की देहि, जो प्रभु को मिल बोच है खोज शब्द मेरे, जो प्रभु को मिल बोच है खोज शब्द मेरे। ਗੰਗਾ ਦੀ ਗੋਦ ਵਿੱਚ ਜਨਮੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਤ ਵਿੱਚ ਗੋਦਾਵਰੀ ਨਦੀ ਦੀ ਗੋਦ ਵਿੱਚ ਲਗਭਗ 42 ਸਾਲ ਦੀ ਉਮਰ ਵਿੱਚ 7 ਅਕਤੂਬਰ 1708 ਨੂੰ ਸ਼ਰੀਰ ਸਾਹਿਬ ਸੱਚਖੰਡ ਚਲੇ ਗਏ। ਏਕ ਓੰਕਾਰ ਸਤਿਗੁਰ ਪ੍ਰਸਾਦ, ਕੋਈ ਇੱਕ ਵਾਰੇ ਕੋਈ ਦੋ ਵਾਰੇ, ਕੋਈ ਇੱਕ ਵਾਰੇ ਕੋਈ ਦੋ ਵਾਰੇ, ਤੂੰ ਦੇਸ਼ ਕੌਮ ਤੋਂ 7 ਵਾਰੇ। 7 ਵਾਰ ਕੇ ਕਹਿਣਾ, 7 ਵਾਰ ਕੇ ਕਹਿਣਾ, ਪਾਣਾ ਮਿੱਠਾ ਲੱਗ ਤੇਰਾ। ਸਰਬੰਸ ਦਾਨੀ ਆਵੇ ਤੇਰਾ ਕੌਣ ਕਹੂਗਾ ਤੇਰਾ, ਸਰਬੰਸ ਦਾਨੀ ਆਵੇ ਤੇਰਾ ਕੌਣ ਕਹੂਗਾ ਤੇਰਾ। 4 ਪੁੱਤ ਵਾਰੇ, 5ਵੀਂ ਮਾਂ ਵਾਰੀ, 6ਵਾਂ ਬਾਪ ਵਾਰਿਆ, 7ਵਾਂ ਆਪ ਵਾਰਿਆ। 7 ਵਾਰ ਕੇ ਕਹਿਣਾ, 7 ਵਾਰ ਕੇ ਕਹਿਣਾ, ਪਾਣਾ ਮਿੱਠਾ ਲੱਗ ਤੇਰਾ। ਸਰਬੰਸ ਦਾਨੀ ਆਵੇ ਤੇਰਾ ਕੌਣ ਕਹੂ